ਇੱਕ ਓੰਕਾਰ ਸਤਿ ਗੁਰ ਪ੍ਰਸਾਦਿ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਆਏ हैं संत अंत लहेंगे मुक्त फल पावेंगे भगवंत पावहेंगे भगवंत। चल रही गुरबाणी शब्द की जो विचार है, जो गुर किरपा द्वारा ਆਪਾਂ ਸਾਰੇ रल मिल के कर रहे हाँ, जिन्नी कुछ सोझी गुर ਵੱਲੋਂ आ रही है। ਅੱਜ ਦਾ ਜੋ ਸਾਹਿਬ ਦਾ फरमान है वह गुरबाणी है कि फेर के अगे रखिए जित दिसै दरबार, मोह के बोलन बोलीए जित सुन तरे प्यार। कल आपां वचन साहिब दा जो विचारिया सी भी साचा साहिब साच नाए, भाख्या भाओ अपार आखै मंगै देह दे दात करे दातार। कि जिहड़ा सच्चा साहिब है वो हाकम है, निराकार है। सच नाए उसका हुक्म है, उसकी स्वै इच्छा है जो सारे सृष्टि नूं चला रही है। भाख्या भाओ ਉਹਦੀ ਜਿਹੜੀ ਬੋਲੀ ਹੈ, ਉਹਦਾ ਜਿਹੜਾ ਹੁਕਮ ਹੈ ਉਹ ਬੜਾ ਪ੍ਰੇਮ ਵਾਲਾ ਹੈ, ਭਲਾ ਚਾਹੁੰਦਾ ਹੈ, ਸਦ ਜੀਵਨ ਬਖਸ਼ਣ ਵਾਲਾ ਹੈ। ਉਸ ਹੁਕਮ ਨੂੰ ਅਸੀਂ ਬੁੱਝਣਾ ਹੈ ਔਰ ਬੁੱਝ ਕੇ ਉਸ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਨਾ ਹੈ। ਸੋ ਹੁਕਮ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ। ਸੋ ਨਾਲ ਦੀ ਨਾਲ ਹੀ ਪਾਤਸ਼ਾਹ ਇਹਨਾਂ ਵਚਨਾਂ ਦੇ ਅੰਦਰ ਸਾਨੂੰ ਇਸ ਮਿਰਤ ਲੋਕ ਦੇ ਅੰਦਰ ਜੋ ਮੱਤਾਂ ਧਰਮ ਤੋਂ ਹੀਣੀਆਂ ਹਨ ਵਾ ਸੱਚ ਤੋਂ ਹੀਣੀਆਂ ਹਨ, ਜਿਨ੍ਹਾਂ ਨੇ ਹੁਕਮ ਬੁੱਝਿਆ ਨਹੀਂ, ਉਹ ਵੀ ਮੱਤਾਂ ਇਸ ਭਵ ਸਾਗਰ ਦੇ ਵਿੱਚ ਵਾ ਧਾਰਮਿਕ ਖੇਤਰ ਵਿੱਚ ਚੱਲਦੀਆਂ ਨੇ, ਉਹਨਾਂ ਦੀ ਵੀ ਸੋਝੀ ਨਾਲ ਦੀ ਨਾਲ ਹੀ ਕਰਵਾਉਂਦੇ ਕਿ ਜੋ ਦਰਗਾਹ ਦਾ ਕਾਨੂੰਨ ਹੈ ਵਾ ਸੱਚਾ ਹੁਕਮ ਹੈ ਉਹ ਕਿਸ ਤਰ੍ਹਾਂ ਦਾ ਹੈ, ਜੋ ਸੰਸਾਰੀਆਂ ਦੇ ਹੁਕਮ ਨੇ ਉਹ ਕਿਸ ਤਰ੍ਹਾਂ ਦੇ ਹੈ। ਭਾਵੇਂ ਉਹ ਵੀ ਆਪਣੇ ਆਪ ਨੂੰ ਧਾਰਮਿਕ ਆਗੂ ਹੀ ਕਹਾਉਂਦੇ ਆ। ਜਿਵੇਂ ਗੁਰਬਾਣੀ 'ਚ ਇੱਕ ਵਚਨ ਆਉਂਦਾ, ਹੁਕਮ ਕੀਏ ਮਨ ਭਾਵੰਦੇ ਰਾਹ ਭੀੜੈ ਅੱਗੇ ਜਾਵਣ। ਆਪਣੇ ਮਨ ਭਾਉਂਦਾ ਹੁਕਮ ਵੀ ਹੈ, ਇੱਕ ਪਰਮੇਸ਼ਰ ਦਾ ਹੁਕਮ ਹੈ, ਇੱਕ ਜਿਹੜਾ ਜੀਵ ਇੱਥੇ ਆ ਜਾਂਦਾ ਉਹ ਵੀ ਆਪਣਾ ਹੁਕਮ ਚਲਾਉਂਦਾ ਹੈ। ਸੋ ਇਹਨਾਂ ਦੋਨੇ ਹੁਕਮਾਂ ਨੂੰ ਹੇ ਮੇਰੇ ਮਨਾ ਤੂੰ ਪਛਾਨਣਾ, ਜਾਣਨਾ, ਬੁੱਝਣਾ, ਇਹੀ ਤੇਰਾ ਕੰਮ ਹੈ, ਇਹੀ ਤੂੰ ਕਰਨ ਵਾਸਤੇ ਆਇਆ। ਬੜੇ ਸੱਚੇ ਸਾਹਿਬ ਨੇ ਇਸ ਧਰਤੀ ਦੇ ਉੱਪਰ ਬਣੇ ਹੋਏ, ਆਪੂ ਬਣੇ ਹੋਏ। ਜਿਵੇਂ ਪਾਤਸ਼ਾਹ ਕਹਿੰਦੇ ਹੈ, ਸਭ ਕਹਤੇ ਹੈ ਪਾਇਆ ਘਾਟ ਨਾ ਕਿ ਨਹੀਂ ਕਹਾਇਆ। ਫਿਰ ਉਹ ਕਹਿੰਦੇ ਵੀ ਸਾਡੀ ਹੀ ਸੱਚੀ ਨਾਏ ਹੈ, ਉਹ ਆਪਣਾ ਹੁਕਮ ਚਲਾਉਂਦੇ ਵੀ ਤੁਸੀਂ ਇਸ ਤਰ੍ਹਾਂ ਕਰੋ। ਉਹਨਾਂ ਦੀ ਹੁਕਮ ਕੀ ਹੈ? ਮਰਜ਼ਾਦਾਵਾਂ ਨੇ ਕਿ ਇਸ ਤਰ੍ਹਾਂ ਕਰੋ। ਗੁਰਬਾਣੀ ਦੇ ਅੰਦਰ ਮਰਜ਼ਾਦਾ ਦੀ ਗੱਲ ਨਹੀਂ ਹੈ, ਗੁਰਬਾਣੀ ਦੇ ਅੰਦਰ ਰਹਿਤ ਦੀ ਗੱਲ ਹੈ। ਜਿੱਥੇ ਮਰਜ਼ਾਦਾ ਹੁੰਦੀ ਹੈ ਉੱਥੇ ਤੁਹਾਡੀ ਆਪਣੀ ਹੀ ਇੱਛਾ ਵੀ ਕੰਮ ਕਰਦੀ ਹੈ, ਜਿੱਥੇ ਰਹਿਤ ਹੁੰਦੀ ਹੈ ਉੱਥੇ ਪਰਮੇਸ਼ਰ ਦੀ ਇੱਛਾ ਕੰਮ ਕਰਦੀ ਹੈ। ਭਗਤਾਂ ਨੇ ਰਹਿਤ ਨੂੰ ਅੱਗੇ ਰੱਖਿਆ। ਰਹਿਤ ਰਹਿਤ ਰਹਿ ਜਾਏ ਵਿਕਾਰਾ, ਜੇ ਰਹਿਤ ਰਹਿ ਜਾਵੇ ਤਾਂ ਵਿਕਾਰ ਚਲੇ ਜਾਂਦੇ। ਸੋ ਭਾਖਿਆ ਪਾਓ ਅਪਾਰ, ਉਹਦੀ ਜਿਹੜੀ ਭਾਸ਼ਾ ਹੈ
ਉਹ ਪ੍ਰੇਮ ਵਾਲੀ ਹੈ। ਪ੍ਰੇਮ ਅੱਖਰਾਂ ਵਿੱਚ ਨਹੀਂ ਹੁੰਦਾ। ਪ੍ਰੇਮ ਸਵੈਮ ਆਪਣੇ ਆਪ ਨਾਲ ਹੀ ਕੀਤਾ ਜਾਂਦਾ। ਆਤਮਾ ਪ੍ਰਾਤਮਾ ਨਾਲ ਹੀ ਪ੍ਰੇਮ ਕਰ ਸਕਦੀ ਹੈ। ਬਾਹਰੀ ਤੌਰ ਤੇ ਸੰਸਾਰ ਦੇ ਅੰਦਰ ਅਸੀਂ ਦੋ ਚੀਜ਼ਾਂ ਕਰ ਸਕਦੇ ਹਾਂ, ਜਾਂ ਤਾਂ ਮੋਹ ਕਰ ਸਕਦੇ ਹਾਂ ਜਾਂ ਪਿਆਰ ਕਰ ਸਕਦੇ ਹਾਂ। ਪਰ ਜਿਹੜਾ ਪ੍ਰੇਮ ਸ਼ਬਦ ਹੈ, ਇਹ ਸ਼ਬਦਾਂ ਤੋਂ ਪਰੇ ਹੈ। ਇਹ ਸਵੈਮ ਆਪਣੇ ਆਪ ਨਾਲ ਹੀ ਹੁੰਦਾ ਹੈ। ਤਾਂ ਹੀ ਤਾਂ ਉਹ ਹਿਰਦੇ ਦੇ ਅੰਦਰ ਬੈਠਾ ਹੈ। ਜਿਹੜਾ ਹਿਰਦੇ ਦੇ ਅੰਦਰ ਬੈਠਾ ਸਾਡਾ ਮੂਲ ਹੈ, ਉਹ ਰਾਮ ਹੈ। ਉਹਦੀ ਜਿਹੜੀ ਭਾਸ਼ਾ ਹੈ, ਉਹਦੀ ਜਿਹੜੀ ਬੋਲੀ ਹੈ, ਉਹ ਪ੍ਰੇਮ ਵਾਲੀ ਹੈ। ਪਰ ਸੰਸਾਰ ਦੇ ਅੰਦਰ ਵੀ ਬੜੇ ਧਾਰਮਿਕ ਲੋਕ ਨੇ ਜੋ ਬੜੀਆਂ ਚੰਗੀਆਂ ਗੱਲਾਂ ਕਰਦੇ ਆ। ਸਾਨੂੰ ਉਹਨਾਂ ਤੋਂ ਭਰਮ ਹੋ ਜਾਂਦਾ ਕਿ ਇਹ ਤਾਂ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਰਦੇ ਆ, ਬੜੀਆਂ ਧਰਮ ਦੀ ਉੱਚੀ ਗੱਲ ਕਰਦੇ ਆ, ਬੜਾ ਇਹਨਾਂ ਕੋਲ ਗਿਆਨ ਹੈ, ਔਰ ਸਭ ਦੇ ਨਾਲੋਂ ਬਣਾ ਕੇ ਰੱਖਦੇ ਆ। ਸਾਨੂੰ ਇਹਨਾਂ ਚੀਜ਼ਾਂ ਦਾ ਭੁਲੇਖਾ ਲੱਗ ਜਾਂਦਾ ਹੈ। ਪਰ ਜਦੋਂ ਅਸੀਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦੇ ਹਾਂ, ਹੇ ਮੇਰੇ ਮਨਾ, ਜਦ ਤੂੰ ਗੁਰਬਾਣੀ ਤੋਂ ਪੁੱਛ ਕੇ ਚੱਲੇਗਾ, ਫਿਰ ਤੈਨੂੰ ਅਸਲ ਗੱਲ ਦਾ ਪਤਾ ਲੱਗੂ ਵੀ ਇਹਨਾਂ ਦੇ ਬੋਲਣ ਦੇ ਵਿੱਚ ਕਿੰਨੀ ਕੁ ਮਾਇਆ ਹੈ, ਕਿੰਨੀ ਕੁ ਸੱਚਾਈ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ, ਕਿ ਇਹਨਾਂ ਦੇ ਮਨ ਦੇ ਅੰਦਰ ਵਿਰਤੀ ਹੋਰ ਹੈ, ਮੁੱਖੋਂ ਇਹ ਕੁਝ ਹੋਰ ਬੋਲਦੇ ਆ। ਮੁੱਖੋਂ ਬੜੀਆਂ ਚੰਗੀਆਂ ਗੱਲਾਂ ਕਰਦੇ ਆ, ਗੱਲੀ ਅਸੀਂ ਚੰਗੀਆਂ, ਗੱਲਾਂ ਨਾਲ ਬੜੇ ਚੰਗੇ ਨੇ, ਆਚਾਰੀ ਬੁਰੀ ਹਾ, ਪਰ ਜਿਹੜਾ ਆਚਰਣ ਹੈ ਉਹ ਬਹੁਤ ਬੁਰਾ ਹੈ। ਕਿਉਂਕਿ ਆਚਰਣ ਦਰਗਾਹ ਵਾਲਿਆਂ ਨੂੰ ਦੀਂਦਾ ਹੈ, ਸੱਚਖੰਡ ਵਾਲਿਆਂ ਨੂੰ ਦੀਂਦਾ ਹੈ। ਉਹਨਾਂ ਦੇ ਮੁੱਖੋਂ ਕਹੀਆਂ ਗੱਲਾਂ ਉਹ ਸੰਸਾਰੀਆਂ ਨੂੰ ਦੀਂਦੀਆਂ ਨੇ। ਆਤੁ ਕੁਲੀਨ ਚਤਰ ਮੁੱਖ ਗਿਆਨੀ, ਪਾਤਸ਼ਾਹ ਕਹਿੰਦੇ ਮੁੱਖ ਗਿਆਨੀ ਨੇ, ਬ੍ਰਹਮ ਗਿਆਨੀ ਨਹੀਂ, ਮੁੱਖ ਗਿਆਨੀ। ਧਨਵੰਤ ਬੜੇ ਅਮੀਰ ਨੇ, ਗੱਲਾਂ ਦੇ ਵਿੱਚ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੇ, ਬੜੀਆਂ ਡੂੰਘੀ ਤੋਂ ਡੂੰਘੀਆਂ ਉਦਾਹਰਨਾਂ ਦਿੰਦੇ ਆ, ਸਾਖੀ ਰੁਕਣੇ ਨਹੀਂ ਦਿੰਦੇ। ਪਰ ਮਿਰਤਕ ਕਹੀ ਹੈ ਨਾਨਕਾ, ਪਾਤਸ਼ਾਹ ਕਹਿੰਦੇ ਇਹ ਸਰੀਰ ਨਾਲ ਹੀ ਜੁੜੇ ਹੋਏ ਨੇ, ਇਹ ਮਿਰਤਕ ਵਸਤੂ ਨਾਲ ਹੀ ਜੁੜੇ ਹੋਏ ਨੇ, ਕਿਉਂਕਿ ਸਰੀਰ ਮਿਰਤਕ ਹੈ, ਇੱਥੇ ਰਹਿ ਜਾਣਾ। ਪ੍ਰੀਤ ਨਹੀਂ ਭਗਵੰਤ, ਪਰ ਜਿਹੜਾ ਭਗਵੰਤ ਹੈ, ਜਿਹੜਾ ਆਪਣਾ ਮੂਲ ਹੈ, ਉਹਦੇ ਪ੍ਰਤੀ ਪ੍ਰੀਤ ਨਹੀਂ ਹੋਈ। ਮਾਇਆ ਛੱਡੀ ਨਹੀਂ ਹੈ। ਜਦੋਂ ਮਾਇਆ ਨੂੰ ਜੀਵ ਛੱਡਦਾ ਤਾਂ ਪ੍ਰੀਤ ਹੁੰਦੀ ਹੈ। ਜਿੰਨਾ ਚਿਰ ਮਾਇਆ ਦੀ ਇੱਛਾ ਅੰਦਰ ਹੈ, ਪ੍ਰੀਤ ਨਹੀਂ ਹੁੰਦੀ। ਉਹਨੂੰ ਗੁਰਬਾਣੀ ਮੋਹ ਕਹਿੰਦੀ ਹੈ। ਸੋ ਬੜੇ ਨੇ ਪਾਤਸ਼ਾਹ ਕਹਿੰਦੇ ਇੱਥੇ ਇਹਨਾਂ ਗੱਲਾਂ ਦਾ ਵੀ ਤੁਸੀਂ ਖਿਆਲ ਰੱਖਣਾ ਵੀ ਸੱਚੇ ਸਾਹਿਬ ਜਿਹੜੇ ਸੰਸਾਰ 'ਚ ਵੀ ਬਹੁਤ ਕਹਾਉਂਦੇ ਆ, ਸਤਿਗੁਰੂ ਕਹਾਈ ਜਾਂਦੇ, ਇੱਥੇ ਤਾਂ ਗੁਰੂ ਕਹਾਈ ਜਾਂਦੇ। ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ, ਇਸ ਗੱਲ ਦੀ ਵੀ ਸੋਝੀ ਰੱਖਿਓ ਕਿ ਉਹ ਆਖਦੇ ਵੀ ਨੇ ਕਿ ਜੀ ਮਾਇਆ ਨਾਗਣੀ ਹੁੰਦੀ ਹੈ, ਇਹ ਡੰਗ ਮਾਰ ਜਾਂਦੀ ਹੈ, ਪਰ ਮੰਗੀ ਵੀ ਜਾਂਦੇ ਆ। ਫਿਰ ਦੇਹ ਦੇ ਉਹਨਾਂ ਤੋਂ, ਆਮ ਲੋਕਾਂ ਤੋਂ ਮਾਇਆ ਲੈ ਕੇ ਆਪ ਜਦੋਂ ਦਿੰਦੇ, ਫਿਰ ਦਤਾਰ ਬਣ ਜਾਂਦੇ, ਫਿਰ ਆਪਣੇ ਆਪ ਨੂੰ ਅੱਗੇ ਰੱਖਦੇ। ਇਸ ਗੱਲ ਦਾ ਹੇ ਮੇਰੇ ਮਨਾ ਤੂੰ ਖਿਆਲ ਰੱਖੀ, ਤੂੰ ਐਸਾ ਕੁਛ ਨਾ ਕਰੀ। ਤੂੰ ਕੀ ਕਰਨਾ? ਸੱਚਾ ਸਾਹਿਬ ਜਿਹੜਾ ਤੇਰੀ ਅੰਤਰ ਆਤਮਾ ਹੈ, ਉਹ ਸੱਚਾ ਸਾਹਿਬ ਹੈ। ਸਾਚ ਨਾ ਉਹਦੀ ਹਮੇਸ਼ਾ ਹੀ ਜਿਹੜੀ ਹੁਕਮ ਹੈ ਉਹ ਸੱਚਾ ਹੈ। ਉਹ ਤੈਨੂੰ ਇੱਥੋਂ ਛੁੱਟਣ ਦੀ ਗੱਲ ਕਰੂਗਾ, ਤੈਨੂੰ ਇੱਥੇ ਜੋੜਨ ਦੀ ਗੱਲ ਨਹੀਂ ਕਰੂਗਾ। ਭਾਖਿਆ ਪਾਉ ਅਪਾਰ, ਉਹਦੀ ਜਿਹੜੀ ਬੋਲੀ ਹੈ ਉਹਦੇ ਵਿੱਚ ਪ੍ਰੇਮ ਹੋ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਜੋ ਤੈਨੂੰ ਰੋਕੂਗਾ ਵੀ ਆਹ ਕੰਮ ਨਹੀਂ ਕਰਨਾ ਤਾਂ ਨਹੀਂ ਕਰਨਾ। ਉਹਦੇ ਝਿੜਕਣ ਦੇ ਵਿੱਚ ਵੀ ਪ੍ਰੇਮ ਹੈ, ਉਹਦੀ ਕੁੱਟ ਦੇ ਵਿੱਚ ਵੀ ਆਨੰਦ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਜੇ ਉਹ ਭੁੱਖ ਵੀ ਦਿੰਦਾ ਤਾਂ ਵੀ ਕੋਈ ਤੇਰੇ ਭਲੇ ਵਾਸਤੇ ਦਿੰਦਾ। ਉਹਦੀ ਜੋ ਵੀ ਕੁਛ ਪਰਮੇਸ਼ਰ ਕਰੇ, ਉਹਦੀ ਹਰ ਇੱਕ ਗੱਲ ਦੇ ਵਿੱਚ ਤੇਰਾ ਭਲਾ ਹੈ, ਤੇਰੇ ਭਲੇ ਵਾਸਤੇ ਕਰਦਾ ਹੈ। ਆਖੈ ਮੰਗੈ,
ਆਖ ਉਹਨੂੰ ਤੇ ਉਹ ਤੋਂ ਮੰਗ, ਆਪਣੇ ਮੂਲ ਨੂੰ ਆਖ ਕਿ ਮੈਨੂੰ ਹੁਕਮ ਦੀ ਸੋਝੀ ਕਰਾ, ਮੈਨੂੰ ਆਪਣੇ ਭਾਣੇ ਦੀ ਸੋਝੀ ਕਰਾ। ਮੰਗੈ, ਮੰਗੋ ਤੋਂ ਜਾ ਕੇ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਮੰਗ ਜਾ ਕੇ, ਦੇਹ ਦੇਹ ਕਿ ਮੈਨੂੰ ਉਹ ਸੋਝੀ ਬਖਸ਼, ਉਹ ਸੋਝੀ ਦੇ। ਦਾਤ ਕਰੇ ਦਤਾਰ ਹੈ, ਤੂੰ ਤਾਂ ਮਾਲਕ ਹੈ ਮੇਰਾ, ਤੂੰ ਹੀ ਤਾਂ ਦਤਾਰ ਹੈ। ਤੂੰ ਮੈਨੂੰ ਆਪਣੀ ਦਾਤ ਦੇ। ਦਾਤ ਕੀ ਹੈ? ਨਾਮ। ਜੀਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਉਹ ਹਾਕਮ ਆਪ ਹੈ, ਉੱਡਾ ਵੱਡਾ ਹੀ ਉਹਦਾ ਹੁਕਮ ਹੈ। ਉਹਦੇ ਹੁਕਮ ਨੂੰ ਪ੍ਰਾਪਤ ਕਰ, ਅੰਦਰ ਭੁੱਖ ਪੈਦਾ ਕਰ ਆਪਣੇ। ਇਹ ਹੈ ਨਿਰਾਕਾਰੀ ਗੱਲ। ਦੂਜੀ ਹੈ ਸੰਸਾਰੀ ਗੱਲ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਹੁਣ ਜਿਹੜੇ ਸੰਸਾਰੀ ਨੇ ਉਹ ਵੀ ਕਹਿੰਦੇ ਆ, ਨਾਲੇ ਤਾਂ ਉਹ ਕਹਿੰਦੇ ਵੀ ਦਾਤਾ ਪਰਮੇਸ਼ਰ ਹੈ। ਕਹਿਣਗੇ ਜ਼ਰੂਰ ਉਹ ਗੱਲਾਂ 'ਚ ਵੀ ਜਦੋਂ ਪਰਮੇਸ਼ਰ ਨੇ ਹੀ ਸਾਰਾ ਕੁਝ ਦਿੱਤਾ ਹੋਇਆ ਹੈ, ਫਿਰ ਉਹ ਚੀਜ਼ ਪਰਮੇਸ਼ਰ ਦੇ ਅੱਗੇ ਕਿਵੇਂ ਰੱਖੋਗੇ ਤੁਸੀਂ? ਚੀਜ਼ ਤਾਂ ਉਹਨੇ ਦਿੱਤੀ ਹੋਈ ਹੈ। ਉਹੀ ਚੀਜ਼ ਨੂੰ ਅਸੀਂ ਚੱਕ ਕੇ ਪਰਮੇਸ਼ਰ ਦੇ ਅੱਗੇ ਰੱਖ ਦਈਏ ਤੇ ਕੀ ਇਹ ਸਿਆਣਪ ਹੈ? ਮੰਨ ਲਓ ਕੋਈ ਦੁਨੀਆਦਾਰੀ ਤੌਰ ਤੇ ਬੰਦਾ ਕਿਸੇ ਨੂੰ ਕਹੇ ਵੀ ਆ ਲੈ 100 ਰੁਪਈਆ, ਉਹ 100 ਰੁਪਈਆ ਫੜ ਕੇ ਉਸੇ ਨੂੰ ਹੀ ਫੜਾ ਦੇਵੇ ਵੀ ਲੈ ਤੂੰ ਫੜ 100 ਰੁਪਈਆ, ਫਿਰ ਤਾਂ ਕੋਈ ਦਾਨ ਪ੍ਰਦਾਨ ਹੀ ਨਹੀਂ ਹੋਣਾ। ਜਦੋਂ ਦੇਣ ਵਾਲਾ ਦਾਤਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਿੰਨੀ ਸ੍ਰਿਸ਼ਟੀ ਆ ਰਚੀ ਹੈ, ਇਹਨੂੰ ਰਚਣ ਵਾਲਾ ਪਰਮੇਸ਼ਰ ਹੈ। ਤੇ ਪਰਮੇਸ਼ਰ ਦੀ ਚੀਜ਼ ਫਿਰ ਉਹਦੇ ਅੱਗੇ ਕਿਵੇਂ ਭੇਟਾ ਕਰੋਗੇ? ਪਾਤਸ਼ਾਹ ਨੇ ਉਹਨਾਂ ਦੇ ਅੱਗੇ ਸਵਾਲ ਕੀਤਾ ਜਿਹੜੇ ਇੱਥੇ ਆਪਣੀ ਮੱਤ ਚਲਾਉਂਦੇ ਨੇ, ਜਿਹੜੇ ਆਪਣੇ ਆਪ ਨੂੰ ਧਰਮ ਦੇ ਗੁਰੂ ਕਹਾਉਂਦੇ ਆ, ਵੀ ਤੁਸੀਂ ਇਸ ਗੱਲ ਦਾ ਜਵਾਬ ਦਿਓ ਵੀ ਫਿਰ ਕੀ ਰੱਖੋਗੇ ਉਹਦੇ ਅੱਗੇ? ਜਿਤ ਦਿਸੈ ਦਰਬਾਰ, ਵੀ ਜਿਹਦੇ ਨਾਲ ਦਰਬਾਰ ਦਿਸ ਜਵੇ। ਜਿਹੜੀ ਚੀਜ਼ ਤੁਸੀਂ ਉਹਦੇ ਅੱਗੇ ਰੱਖਦੇ ਹੋ ਤਾਂ ਮਾਇਆ ਹੈ। ਇਹ ਮਾਇਆ ਤਾਂ ਉਹਦੀ ਹੋਈ ਹੈ। ਹੁਣ ਉਹਦੇ ਅੱਗੇ ਕੀ ਰੱਖੋਗੇ ਫਿਰ? ਮਾਇਆ ਰੱਖ ਕੇ ਤਾਂ ਖੁਸ਼ ਨਹੀਂ ਹੋਣ ਲੱਗਿਆ। ਕਾਂਚਨ ਸਿਉ ਨਹੀਂ ਪਾਈਐ ਤੋਲ। ਗੁਰਬਾਣੀ ਤਾਂ ਕਹਿੰਦੀ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਾਹਰ ਓਲਕ ਚੋਲਾ। ਉਹਨੂੰ ਸ਼ਬਦ ਨਹੀਂ ਸੁਣੂਗਾ ਫਿਰ। ਅਰ ਹੇ ਮੇਰੇ ਮਨਾ, ਤੂੰ ਇਸ ਗੱਲ ਦਾ ਬਹੁਤ ਖਿਆਲ ਰੱਖਣਾ ਹੈ ਕਿ ਅੱਜ ਜੋ ਧਰਮ ਦੀ ਪ੍ਰਕਿਰਿਆ ਚੱਲ ਰਹੀ ਹੈ, ਉਹ ਸਾਰੀ ਹੀ ਇਸੇ ਗੱਲ ਤੇ ਖੜੀ ਹੈ ਕਿ ਜੀ ਤੁਸੀਂ ਰੱਬ ਦੇ ਅੱਗੇ ਆਹ ਚੀਜ਼ ਲਿਆ ਕੇ ਭੇਟਾ ਕਰੋ। ਅਸੀਂ ਭੇਟਾ ਸ਼ਬਦ ਦਾ ਅਰਥ ਹੀ ਬਦਲਤੇ। ਜੋ ਗੁਰਬਾਣੀ 'ਚ ਵੀ ਭੇਟਾ ਸ਼ਬਦ ਆਇਆ, ਉਹਦਾ ਭਾਵ ਹੀ ਅਸੀਂ ਚੇਂਜ ਕਰਤੇ। ਕਿਉਂਕਿ ਸਾਡੇ ਕੋਲ ਕੋਈ ਚੀਜ਼ ਆਪਣੀ ਹੈ ਨਹੀਂ। ਸਿਰਫ ਇੱਕ ਚੀਜ਼ ਸਾਡੇ ਕੋਲ ਆਪਣੀ ਹੈ, ਜਿਹਦਾ ਸਾਨੂੰ ਸੁਗਿਆਨ ਹੈ ਨਹੀਂ। ਜਿਹੜੀ ਚੀਜ਼ ਭੇਟਾ ਕਰਨੀ ਸੀਗੀ ਉਹ ਨਹੀਂ ਭੇਟਾ ਕੀਤੀ। ਉਹ ਕੀ ਭੇਟਾ ਕਰਨੀ? ਸਤਿਗੁਰ ਆਗੈ ਸੀਸ ਭੇਟ ਦਿਓ। ਸੀਸ ਭੇਟਾ ਕਰਨਾ। ਹੁਣ ਸੀਸ ਕੀ ਹੁੰਦਾ? ਮਨ। ਮਨ ਵਿੱਚ ਹੈ ਸਤਿਗੁਰ ਕੇ ਪਾਸ। ਗੁਰਬਾਣੀ ਹੀ ਗੁਰਬਾਣੀ ਦਾ ਅਰਥ ਕਰਕੇ ਦੱਸਦੀ ਹੈ। ਬਾਹਰਲਾ ਸੀਸ ਨਹੀਂ ਹੁੰਦਾ ਭੇਟਾ। ਬਾਹਰਲਾ ਸਰੀਰ ਤਾਂ ਇੱਕ ਕੱਪੜਾ ਹੈ, ਇਹਨੂੰ ਕਿਸੇ ਅੱਗੇ ਭੇਟਾ ਤੁਸੀਂ ਕਿਵੇਂ ਕਰ ਸਕਦੇ ਹੋ? ਭੇਟਾ ਕਰਨਾ ਅਸਲੀ ਦੇਹੀ, ਉਹ ਹੈ ਮਨ। ਮਨ ਵੇਚ। ਪਰ ਮਨ ਦਾ ਤਾਂ ਵੇਚਿਆ ਜਾਊ ਜੇ ਮਨ ਦੀ ਸੋਝੀ ਆਊ। ਪਹਿਲਾਂ ਇਸ ਮਨ ਕੋ ਕੋਈ ਖੋਜੋ ਭਾਈ, ਪਹਿਲਾਂ ਮਨ ਖੋਜਿਆ ਜਾਵੇ। ਫਿਰ ਮਨ ਖੋਜ ਕੇ ਦੱਸਿਆ, ਪਤਾ ਲੱਗਦਾ ਵੀ ਕਿਹਦੇ ਅੱਗੇ ਭੇਟਾ ਕਰਨਾ। ਉਹ ਸਤਿਗੁਰ ਦੇ ਅੱਗੇ ਭੇਟਾ ਕਰਨਾ। ਫਿਰ ਸਤਿਗੁਰ ਦਾ ਪਤਾ ਲੱਗਦਾ, ਫਿਰ ਕਿਤੇ ਜਾ ਕੇ ਖੇਡ ਬਣਦੀ ਹੈ। ਪਰ ਪਾਤਸ਼ਾਹ ਕਹਿੰਦੇ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਬਾਹਰ ਕੋਈ ਵੀ ਚੀਜ਼ ਤੁਸੀਂ ਉਹਦੇ ਅੱਗੇ ਭੇਟਾ ਨਹੀਂ ਕਰ ਸਕਦੇ। ਕੋਈ ਐਸੀ ਵਸਤੂ ਹੀ ਨਹੀਂ। ਇੰਨਾ ਸ਼ੁੱਧ ਪਵਿੱਤਰ ਪਰਮੇਸ਼ਰ ਹੈ, ਉਹਦੇ ਅੱਗੇ ਉਹਦੀ ਮਾਇਆ ਕਿਵੇਂ ਭੇਟਾ ਕਰ ਦੋਗੇ ਤੁਸੀਂ? ਪਰ ਹੁਣ ਸੰਸਾਰ ਦੇ ਅੰਦਰ ਸਾਡੇ ਵੀ ਧਾਰਮਿਕ ਲੋਕ ਇਹੀ ਗੱਲਾਂ ਕਰਦੇ ਨੇ ਕਿ ਜੀ ਦਾਨ ਕਰੋ, ਦਸਵੰਧ ਕੱਢੋ। ਹੁਣ ਗੁਰਬਾਣੀ 'ਚ ਕਿਤੇ ਵੀ ਦਸਵੰਧ ਸ਼ਬਦ ਨਹੀਂ ਆਉਂਦਾ, ਪਰ ਸਾਡੇ ਪ੍ਰਚਲਿਤ ਹੈ। ਸਾਡੇ ਤਾਂ ਇੱਥੋਂ ਤੱਕ ਵੀ ਆ ਗਿਆ ਵੀ ਸਵਾਸਾਂ ਦਾ ਵੀ ਦਸਵੰਧ ਕੱਢੋ। ਤੇ ਗੁਰਬਾਣੀ ਕਹਿੰਦੀ ਹੈ ਸਾਸ ਸਾਸ ਸਿਮਰੋ ਗੋਬਿੰਦ।
ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਗੁਰਬਾਣੀ ਕੁਛ ਹੋਰ ਕਹਿੰਦੀ ਹੈ, ਪ੍ਰਚਾਰ ਕੁਛ ਹੋਰ ਹੁੰਦਾ। ਗੁਰਬਾਣੀ ਵਿਚਾਰ ਦੀ ਗੱਲ ਕਰਦੀ ਹੈ, ਪ੍ਰਚਾਰ ਬਾਹਰ ਹੁੰਦਾ ਹੈ। ਮਾਇਆ ਦਾ ਦਸਵੰਧ ਕੱਢੋ ਜੀ। ਮਾਇਆ ਦਾ ਦਸਵੰਧ ਕਾਹਦੇ ਵਾਸਤੇ ਕੱਢਣਾ? ਪਾਤਸ਼ਾਹੀਆਂ ਨੇ ਨਹੀਂ ਸੀ ਕੁਛ ਵੀ ਕੀਤਾ। ਇੱਕ ਗੱਲ ਸਮਝਣ ਵਾਲੀ ਹੈ, ਜਦੋਂ ਪਾਤਸ਼ਾਹੀਆਂ ਸੀ ਜਾਂ ਪੱਗ ਸਾਹਿਬਾਨ ਸਨ, ਉਹ ਵੀ ਸੰਸਾਰ ਦੇ ਵਿੱਚ ਹੀ ਵਿਚਰੇ। ਉਹਨਾਂ ਨੇ ਵੀ ਬਿਲਡਿੰਗ ਬਣਾਈ, ਉਹਨਾਂ ਨੇ ਵੀ ਘਰ ਬਣਾਏ, ਉਹਨਾਂ ਨੇ ਵੀ ਅਸਥਾਨ ਬਣਾਏ, ਪਰ ਉਹਨਾਂ ਨੇ ਇਹ ਨਹੀਂ ਸੀ ਆਖਿਆ ਵੀ ਸੇਵਾ ਦਿਓ। ਉਹ ਕਹਿੰਦੇ ਸੀ ਆਹ ਚੀਜ਼ ਲੋੜ ਆ ਮਾਇਆ ਦੀ, ਮਾਇਆ ਦਿਓ। ਇਹ ਮਾਇਆ ਨਾਲ ਹੀ ਬਣਨਾ, ਕਿਉਂਕਿ ਮਾਇਆ ਦੀ ਚੀਜ਼ ਮਾਇਆ ਨਾਲ ਹੀ ਬਣੂਗੀ। ਮਾਇਆ ਜੜ ਹੈ, ਬਣਾਉਣੀ ਵੀ ਚੀਜ਼ ਜੜ ਹੈ। ਮਨ ਚੇਤਨ ਹੈ, ਭੇਟਾ ਵੀ ਚੇਤਨ ਦੇ ਅੱਗੋਂ ਹੀ ਹੋਊਗਾ। ਸਤਿਗੁਰ ਵੀ ਚੇਤਨ ਹੈ, ਸਤਿਗੁਰ ਜਾਗਤਾ ਹੈ ਦਿਓ। ਭੁੱਲੀ ਮਾਲ ਨਹੀਂ ਹੈ, ਬੁੱਧੀ ਸਾਡੀ ਭੁੱਲੀ ਹੋਈ ਹੈ। ਬੁੱਧੀ ਵੀ ਚੇਤਨ ਹੈ, ਸਤਿਗੁਰ ਵੀ ਚੇਤਨ ਹੈ। ਜਾਗਤੇ ਕੋ ਜਾਗਤਾ ਮਿਲੇ, ਜਾਗਦੇ ਨੇ ਜਾਗਦੇ ਨੂੰ ਮਿਲਣਾ। ਇੱਕ ਜਾਗਦਾ, ਇੱਕ ਸੁੱਤਾ ਪਿਆ, ਕਿਵੇਂ ਮਿਲਾਪ ਹੋਊਗਾ? ਇਸ ਤਰ੍ਹਾਂ ਹੀ ਹੈ ਮਾਇਆ। ਮਾਇਆ ਜੜ ਹੈ। ਮਾਇਆ ਦੇ ਉੱਪਰ ਕਬਜ਼ਾ ਹੈਗਾ ਚੇਤਨ ਦਾ, ਪਰ ਉਲਟ ਕੀ ਹੋ ਗਿਆ? ਚੇਤਨ ਮਾਇਆ ਦੇ ਅਧੀਨ ਹੋ ਗਿਆ। ਜਦ ਕਿ ਸਾਨੂੰ ਸੱਚਖੰਡ ਵੱਲੋਂ ਅਥਾਰਟੀ ਮਿਲੀ ਸੀ ਵੀ ਆਗਿਆਕਾਰੀ ਕੀਨੀ ਮਾਇਆ, ਵੀ ਤੇਰੀ ਆਗਿਆ 'ਚ ਰਹੂਗੀ ਮਾਇਆ। ਪਰ ਮਨ ਦੇ ਉੱਪਰ ਇੰਨਾ ਜ਼ਿਆਦਾ ਪ੍ਰਭਾਵ ਹੋ ਗਿਆ ਇਸ ਮਿਰਤ ਲੋਕ ਦੇ ਅੰਦਰ ਆ ਕੇ, ਧਰਮ ਦਾ ਜਿਹੜਾ ਸੰਸਾਰੀ ਧਰਮ ਹੈ ਜਿਹੜਾ, ਉਹ ਇਹਨੇ ਇੰਨਾ ਅਸੈਪਟ ਕਰ ਲਿਆ, ਇਹ ਖੁਦ ਮਾਇਆ ਦੇ ਹੱਥ ਵਿਕ ਗਿਆ। ਇਹ ਮਾਇਆ ਦੇ ਅਧੀਨ ਹੋ ਕੇ ਚੱਲਣ ਲੱਗ ਗਿਆ। ਇਹ ਪਰਮੇਸ਼ਰ ਨੂੰ ਬਾ ਸੱਚ ਨੂੰ ਵੀ ਮਾਇਆ ਨਾਲ ਖਰੀਦਣਾ ਚਾਹੁੰਦਾ, ਇਹ ਨਹੀਂ ਖਰੀਦ ਹੋਣਾ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਵੀ ਇਹ ਸੰਸਾਰੀਆਂ ਦੀ ਖੇਡ ਆ, ਵੀ ਤੁਸੀਂ ਇਹ ਦੱਸੋ ਵੀ ਫੇਰ ਕੇ ਅੱਗੇ ਰੱਖੀ, ਕੀ ਰੱਖੋਗੇ ਉਹਦੇ ਅੱਗੇ? ਜਿੱਤ ਦਿਸੈ ਦਰਬਾਰ, ਵੀ ਜਿਹਦੇ ਨਾਲ ਉਹਦਾ ਦਰਬਾਰ ਦਿਸ ਜਾਵੇ। ਕਿਉਂਕਿ ਦੇਖੋ ਸ਼ਬਦ ਦਰਬਾਰ ਲਿਖਿਆ, ਦਰਬਾਰ ਹੁੰਦੀ ਹੈ ਇੱਕ ਸਭਾ। ਆਪਾਂ ਕਹਿੰਦੇ ਦਰਬਾਰ ਸਜਿਆ ਹੋਇਆ, ਉੱਥੇ ਪਤਾ ਨਹੀਂ ਕਿੰਨੇ ਕੁ ਬੈਠੇ। ਕਿ ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਤੁਹਾਨੂੰ ਸੱਚਖੰਡ ਦਿਸ ਜੂਗਾ? ਕੀ ਤੁਹਾਨੂੰ ਇਸ ਮਾਇਆ ਭੇਟਾ ਕਰਨ ਨਾਲ ਸੱਚਖੰਡ ਦਿਸ ਜੂਗਾ? ਕੀ ਤੁਹਾਨੂੰ ਦਰਬਾਰ ਦਿਸਣ ਲੱਗ ਜੂਗਾ? ਪਰ ਅਸੀਂ ਤਾਂ ਦਰਬਾਰ ਵੀ ਇੱਥੇ ਹੀ ਮੰਨਦੇ ਆ ਨਾ, ਮਾਇਆ 'ਚ ਹੀ। ਅਸੀਂ ਸੱਚਖੰਡ ਵਾਲੇ ਦਰਬਾਰ ਦੀ ਤਾਂ ਸਾਨੂੰ ਸੋਝੀ ਨਹੀਂ ਹੈਗੀ। ਜੇ ਤਾਂ ਸਾਨੂੰ ਸੱਚਖੰਡ ਵਾਲੇ ਦਰਬਾਰ ਦੀ ਸੋਝੀ ਹੁੰਦੀ, ਫਿਰ ਤਾਂ ਅਸੀਂ ਇੱਥੇ ਮਾਇਆ 'ਚ ਮੰਨਦੇ ਹੀ ਨਾ ਦਰਬਾਰ। ਪਰ ਜਿਨ੍ਹਾਂ ਨੂੰ ਹੈਗੀ ਹੈ, ਜਿਵੇਂ ਪਾਤਸ਼ਾਹੀ ਨੂੰ ਸੋਝੀ ਸੀ, ਉਹਨਾਂ ਨੇ ਨਹੀਂ ਇਹ ਗੱਲ ਕਹੀ ਇੱਥੇ। ਜਦੋਂ ਉਹਨਾਂ ਨੇ ਇੱਕ ਪੰਕਤੀ ਐਸੀ ਲਿਖਤੀ ਵੀ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਵੀ ਸਾਰਾ ਕੁਝ ਝੂਠ ਹੈ। ਹੁਣ ਸਾਰੇ ਕੁਝ ਝੂਠ ਦੇ ਵਿੱਚ ਕੋਈ ਚੀਜ਼ ਸੱਚ ਵੀ ਤਾਂ ਹੈ, ਉਹ ਹੈ ਸਾਡੀ ਆਤਮਾ। ਇਹ ਸੱਚ ਸਰੂਪ ਹੈ। ਇਹਨੇ ਆਪਣਾ ਆਪਾ ਹੀ ਇੱਥੋਂ ਜਾਣਨਾ ਹੈ। ਪਰ ਜਿੱਦਣ ਇਹਨੂੰ ਆਪਣੇ ਆਪੇ ਦਾ ਪਤਾ ਲੱਗ ਗਿਆ, ਉਸੇ ਵੇਲੇ ਹੀ ਸੱਚਖੰਡ ਹੈ। ਉਸੇ ਵੇਲੇ ਹਿਰਦੇ ਦੇ ਵਿੱਚ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਿੰਨਾ ਚਿਰ ਇਹ ਸੁਰਤ ਉਸ ਆਪਣੇ ਆਪ ਨੂੰ ਨਹੀਂ ਜਾਣਦਾ, ਉਨਾ ਚਿਰ ਇਹਦੇ ਅੰਦਰ ਕਲਪਨਾ ਦਾ ਯੁੱਗ ਹੈ। ਇੱਛਾ ਚੱਲਦੀ ਰਹਿਣੀ ਹੈ ਮਾਇਆ ਦੀ। ਜਿੱਦਣ ਇਹਨੇ ਆਪਣੇ ਆਪ ਨੂੰ ਜਾਣ ਲਿਆ, ਉਸੇ ਵੇਲੇ ਨੂੰ ਸੱਤ ਯੁੱਗ ਹੋ ਜਾਣਾ, ਸੱਤ ਦੇ ਨਾਲ ਮਿਲਾਪ ਹੋ ਜਾਣਾ ਇਹਦਾ। ਆਪਣੇ ਆਪ ਨੂੰ ਹੀ ਜਾਣਨਾ ਨਾ। ਪਰ ਹੁਣ ਸਾਡੇ ਬੜੀਆਂ ਗੱਲਾਂ ਇਹ ਪ੍ਰਚਲਿਤ ਹੋ ਗਈਆਂ। ਸੋ ਪ੍ਰਚਲਿਤ ਗੱਲਾਂ ਦਾ ਫਿਰ ਰਿਜ਼ਲਟ ਵੀ ਸਾਡੇ ਸਾਹਮਣੇ ਹੀ ਹੈ। ਕੋਈ ਲੁਕੀ ਛਿਪੀ ਤਾਂ ਗੱਲ ਹੈ ਨਹੀਂ। ਜਿਵੇਂ ਇੱਕ ਸੁਖਨੀ ਸਾਹਿਬ ਦੇ ਵਿੱਚੋਂ ਵੀ ਸਾਹਿਬ ਦਾ ਇੱਕ ਬਚਨ, ਉਹਦਾ ਵੀ ਮਿਸਗਾਈਡ ਕਰਦੇ ਹੈ ਕਿ ਜਿਸ ਕੀ ਵਸਤ ਇਸ ਆਗੇ ਰੱਖ ਹੈ, ਪ੍ਰਭ ਕੀ ਆਗਿਆ ਮਾਨੇ ਮਤ ਹੈ। ਹੁਣ ਜਿਸ ਕੀ ਵਸਤ, ਹੁਣ ਕਿਹਦੀ ਵਸਤੂ ਹੈ? ਉਹਦੇ ਅੱਗੇ ਰੱਖਣੀ ਹੈ। ਉਹ ਕੀ ਹੈ? ਜਿਹੜੀ ਸਾਡੀ ਪ੍ਰਾਤਮ ਹੈ, ਜਿਹੜਾ ਸਾਡਾ ਮੂਲ ਹੈ, ਉਹਦਾ ਧਿਆਨ ਹੀ ਉਹਦੀ ਵਸਤੂ ਹੈ। ਉਹਦਾ ਧਿਆਨ ਬਾਹਰ। ਆਪਾਂ ਨਹੀਂ ਪੰਜਾਬੀ 'ਚ ਕਹਿੰਦੇ ਵੀ ਤੂੰ ਆਪਣਾ ਧਿਆਨ ਕਿੱਥੇ ਤੇਰਾ? ਇਹਦਾ ਮਤਲਬ ਕਿਸੇ ਨੂੰ ਕਹਿੰਦੇ ਤੇਰਾ ਧਿਆਨ ਕਿੱਥੇ? ਧਿਆਨ ਕੋਈ ਚੀਜ਼ ਹੋਰ ਹੈ, ਤੂੰ ਕੋਈ ਹੋਰ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਜਿਸ ਕੀ ਵਸਤ ਤਿਸ ਅੱਗੇ ਰੱਖ ਹੈ, ਵੀ ਜਿਹਦੀ ਵਸਤੂ ਉਹਦੇ ਅੱਗੇ ਰੱਖ। ਭਾਵ ਕਿ ਜਿੱਥੋਂ ਆਤਮਾ ਪੈਦਾ ਹੋਈ ਉਹਦੇ ਅੱਗੇ ਰੱਖ।
ਆਤਮਾ ਪ੍ਰਾਤਮਾ ਚੋਂ ਪੈਦਾ ਹੁੰਦੀ ਹੈ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਪਰਮਾਤਮਾ ਬਣ ਜਾਂਦਾ। ਪਰਮਾਤਮਾ ਬਣਦਾ ਹੈ, ਸੱਚਖੰਡ ਦਾ ਹਿੱਸਾ ਹੈ। ਪਰਮਾਤਮਾ ਨਹੀਂ ਹੈ, ਪਰਮਾਤਮਾ ਕੋਈ ਸ਼ਬਦ ਗੁਰਬਾਣੀ 'ਚ ਨਹੀਂ ਆਉਂਦਾ, ਪਰ ਸਾਡੇ ਦਾ ਪਰਮਾਤਮਾ ਹੀ ਪਰਮਾਤਮਾ ਕਰੀ ਜਾਂਦੇ ਸਾਰੇ। ਜਿੰਨੇ ਬ੍ਰਹਮ ਗਿਆਨੀ ਕਹਾਉਂਦੇ ਤੇ ਉਹ ਵੀ ਪਰਮਾਤਮਾ ਪਰਮਾਤਮਾ ਕਰੀ ਜਾਂਦੇ। ਸੋ ਸਾਨੂੰ ਗੁਰਬਾਣੀ ਦੀ ਪੂਰਨ ਸੋਝੀ ਨਹੀਂ ਹੈ। ਬਾਣੀ ਦੀ ਤਾਂ ਸੋਝੀ ਵੱਡੀ ਦੂਰ ਦੀ ਗੱਲ ਹੈ, ਪਹਿਲਾਂ ਤਾਂ ਗੁਰਬਾਣੀ ਦੀ ਹੋਈ ਨਹੀਂ ਹੈ। ਸੋ ਜਿਸ ਕੀ ਵਾਸਤਿਸ ਆਗੇ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮੱਥ ਹੈ। ਜਿਹੜੀ ਪ੍ਰਭ ਦੀ ਆਗਿਆ, ਜਿਹੜਾ ਸਾਡਾ ਮੂਲ ਹੈ, ਰਾਮ ਹੈ ਸਾਡਾ, ਉਹਦੀ ਜਿਹੜੀ ਆਗਿਆ, ਉਹਦਾ ਜਿਹੜਾ ਹੁਕਮ ਹੈ, ਮਾਨੈ, ਉਹ ਮੰਨਣਾ ਹੈ ਅਸੀਂ। ਮੱਥ ਹੈ, ਮੱਥ ਹੈ ਸਾਡੀ ਬੁੱਧੀ, ਮੱਥ ਹੈ ਸਾਡੀ ਆਤਮਾ, ਮੱਥ ਹੈ ਸਾਡਾ ਮਨ, ਮੱਥ ਹੈ ਸਾਡਾ ਧਿਆਨ। ਧਿਆਨ ਹੀ ਅੱਗੇ ਹੁੰਦਾ। ਸੰਸਾਰੀ ਤੌਰ ਤੇ ਜੇ ਬਾਹਰਲਾ ਸਰੀਰ ਵੀ ਦੇਖੀਏ, ਇਹਦਾ ਵੀ ਮੱਥਾ ਅੱਗੇ ਹੀ ਹੈ। ਅਸੀਂ ਆਪਣਾ ਮਨ ਉਹਦੇ ਅੱਗੇ ਰੱਖਣਾ। ਉਸ ਤੇ ਚੌਗਨ ਕਰੈ ਨਿਹਾਲ। ਫੇਰ ਕੀ ਹੁੰਦਾ? ਫੇਰ ਸਾਡੇ ਅੰਦਰ ਚਾਅ ਪੈਦਾ ਹੁੰਦਾ, ਚੌਗੁਣ, ਕਿ ਮੈਂ ਤਾਂ ਉਹ ਗੁਣ ਪ੍ਰਾਪਤ ਕਰਨੇ ਆ। ਕਿਹੜੇ ਗੁਣ ਪ੍ਰਾਪਤ ਕਰਨੇ? ਕਰੇ ਨਿਹਾਲ, ਕਿ ਜਿਹਦੇ ਨਾਲ ਮੇਰੇ ਤੇ ਨਿਹਾਲਤਾ ਹੋ ਜਾਵੇ। ਫੇਰ ਮਨ ਆਪਣੇ ਸਤਿਗੁਰ ਦੀ ਸ਼ਰਨ ਵਿੱਚ ਜਾਂਦਾ। ਇਹ ਰੱਖਣਾ ਸੀ, ਫੇਰ ਕੇ ਅੱਗੇ ਰੱਖੀਏ। ਜਿਹੜਾ ਮਨ ਫਿਰਿਆ ਹੋਇਆ ਨਾ, ਮਾਇਆ ਵਾਲੇ ਪਾਸੇ ਨੂੰ ਜੁੜਿਆ ਹੋਇਆ, ਇਹਨੂੰ ਫੇਰ ਕੇ ਆਪਣੇ ਮੂਲ ਦੇ ਅੱਗੇ ਰੱਖਣਾ ਸੀ, ਵੀ ਆਪਣੇ ਮੂਲ ਚ ਰੱਖ। ਇਹੀ ਦਿਓਰਾ ਫੇਰਿਆ ਸੀਗਾ ਉੱਥੇ ਵੀ। ਫੇਰ ਦਿਆ ਦਿਹੋਰਾ ਨਾਮੇ ਕੋ, ਪੰਡੀਅਨ ਕੋ ਪਛਵਾਰ ਲੈ। ਨਾਮੇ ਕੋ ਸ਼ਬਦ ਲਿਖਿਆ ਉੱਥੇ, ਕਿ ਜਿਹੜਾ ਮਨ ਨਾਮ ਪ੍ਰਾਪਤ ਕਰਨ ਵਾਸਤੇ ਆਇਆ ਸੀ, ਕਿਸੇ ਗੁਰਮੁਖ ਦੀ ਗੱਲ ਸੁਣੀ ਤਾਂ ਬੁੱਧੀ ਨੇ ਉਸ ਮਨ ਨੂੰ ਫੇਰਤਾ ਵੀ ਤੂੰ ਆਪਣੇ ਮੂਲ ਵੱਲ ਝਾਕ। ਫੇਰ ਦਿਆ ਦਿਹੋਰਾ, ਦਿਹੋਰਾ ਮਨ ਹੈ, ਮਨ ਫੇਰਤਾ ਉਧਰ ਨੂੰ। ਜਿਹੜਾ ਬਾਹਰਲਾ ਦਿਹੋਰਾ, ਉਹਦੀ ਫੇਰਨ ਦੀ ਗੱਲ ਨਹੀਂ ਹੈ। ਬਾਹਰ ਤਾਂ ਜੜ ਹੈ, ਜੜ ਕਿਵੇਂ ਘੁੰਮ ਜੂਗਾ? ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਚੇਤਨ ਨੂੰ ਮੰਨਦੀ ਹੈ। ਜਿਵੇਂ ਗੁਰਬਾਣੀ ਨੇ ਕਿਹਾ, ਮਨ ਕਰ ਮੱਕਾ ਕਿਵਲਾ ਕਰ ਦੇਹੀ, ਬੋਲਣ ਹਾਰ ਪਰਮ ਗੁਰ ਇਹੀ। ਕਿ ਮਨ ਹੈ ਜਿਹੜਾ, ਉਹੀ ਤਾਂ ਮੱਕਾ ਹੈ। ਮੱਕਾ ਉਹੀ ਘੁਮਾਇਆ। ਔਰ ਉਸ ਸ਼ਬਦ ਦੇ ਵਿੱਚ ਵੀ ਲਿਖਿਆ, ਭਗਤ ਜਨਾ ਕੋ ਦਿਹੋਰਾ ਫਿਰੈ। ਦੇਖੋ ਤੇ ਸ਼ਬਦ ਭਗਤ ਜਨਾ ਵਰਤਿਆ ਪਾਤਸ਼ਾਹ ਨੇ। ਜਨਾ ਦਾ ਅਰਥ ਬਹੁਵਚਨ ਹੈ, ਕਿ ਸਾਰੇ ਹੀ ਭਗਤਾਂ ਦਾ ਦਿਹੋਰਾ ਫਿਰਦਾ ਹੀ ਫਿਰਦਾ। ਸਭ ਦਾ ਹੀ ਮਨ ਸੱਚ ਨਾਲ ਜੁੜਦਾ ਹੀ ਜੁੜਦਾ। ਪਰ ਜਿੰਨੀਆਂ ਵੀ ਜੋਤਾਂ ਇੱਥੇ ਆਉਂਦੀਆਂ ਨੇ, ਉਹਨਾਂ ਦਾ ਇੱਕ ਵਾਰੀ ਤਾਂ ਮਨ ਹੈ ਜਿਹੜਾ, ਉਹ ਮਾਇਆ ਨਾਲ ਜੁੜਿਆ ਹੀ ਹੁੰਦਾ, ਭਾਵੇਂ ਥੋੜਾ ਜੁੜੇ। ਉਹ ਜੁੜੇ ਹੋਏ ਮਨ ਨੂੰ ਹੀ ਤਾਂ ਤੋੜਨਾ ਇੱਧਰੋਂ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇਹ ਤਾਂ ਘੜਨ ਵਾਲੀਆਂ ਚੀਜ਼ਾਂ ਨੇ। ਇਹਨੂੰ ਘੜਨਾ ਹੈ। ਘੜ ਕੇ ਉਸ ਮਨ ਨੂੰ ਉਹਦੇ ਅੱਗੇ ਪੇਸ਼ ਕਰ ਦੇਣਾ, ਵੀ ਆਹ ਹੈ ਤੇਰਾ ਮੂਲ, ਆਹ ਇਹ ਦਰਬਾਰ, ਇੱਥੇ ਤੂੰ ਬਹਿਣਾ ਜਾ ਕੇ। ਦਰਬਾਰ ਦੇ ਵਿੱਚ ਇਹਨੇ ਜਾ ਕੇ ਬੈਠ ਜਾਣਾ। ਦਰਬਾਰ ਦੇ ਵਿੱਚ ਸਾਰਿਆਂ ਦੀ ਜਿਹੜੀ ਸਲਾਹ ਚੱਲਦੀ ਹੈ, ਸਾਰਿਆਂ ਦੀ ਜਿਹੜੀ ਸਵੈ ਇੱਛਾ, ਉਹ ਇਸ ਸੰਸਾਰ ਨੂੰ ਚਲਾਉਣ ਲਈ ਹੁਕਮ ਗਿਣਿਆ ਜਾਂਦਾ ਹੈ। ਉਸ ਦਰਬਾਰ ਵਿੱਚ ਬੈਠੀ ਜਿਹੜੀ ਜੋਤੀ ਆਪਣੇ ਆਪ ਨੂੰ ਵੱਡਾ ਮੰਨ ਲੈਂਦੀ ਹੈ, ਉਹਨਾਂ ਦੀ ਜਿਹੜੀ ਸੋਚ ਆ ਉਹਦੇ ਨਾਲ ਨਹੀਂ ਜੁੜਦੀ, ਉਹਨੂੰ ਫਿਰ ਦੁਬਾਰਾ ਮਿਰਤ ਲੋਕ 'ਚ ਭੇਜ ਦਿੰਦੇ, ਵੀ ਤੂੰ ਉੱਥੇ ਜਾ। ਜਿੰਨੀਆਂ ਜੋਤਾਂ ਮਿਰਤ ਲੋਕ ਦੇ ਵਿੱਚ ਨੇ, ਇਹ ਨਹੀਂ ਰਲਦੀਆਂ ਇੱਕ ਦੂਜੇ ਨਾਲ। ਇਸ ਸੰਸਾਰ ਦੇ ਅੰਦਰ ਕਿਸੇ ਦੀ ਸੋਚ ਇੱਕ ਦੂਜੇ ਨਾਲ ਨਹੀਂ ਰਲਦੀ, ਕਿਉਂਕਿ ਸਾਰਿਆਂ ਦੀ ਆਪੋ ਆਪਣੀ ਮੱਤ ਹੈ, ਸਾਰਿਆਂ ਦੇ ਅੰਦਰ ਹਉਮੈ ਹੈ। ਪਰ ਜਿੰਨੀਆਂ ਜੋਤੀਆਂ ਸੱਚਖੰਡ ਦੇ ਅੰਦਰ ਨੇ, ਉਹਨਾਂ ਦੇ ਅੰਦਰ ਹਉਮੈ ਨਹੀਂ, ਉਹਨਾਂ ਦੀ ਸਾਰਿਆਂ ਦੀ ਇੱਕ ਸੋਚ ਹੈ। ਜਿਹੜਾ ਇੱਥੇ ਆ ਕੇ ਵੀ ਇੱਕ ਹੋ ਜਾਂਦਾ, ਜਿਵੇਂ ਧਰੂੰ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਜਾਂ ਬੇਅੰਤ ਗੁਰਸਿੱਖ, ਇਹਨਾਂ ਦੀ ਸਾਰਿਆਂ ਦੀ ਇੱਕ ਸੁਰਤ ਹੋਈ, ਤਾਂ ਇਹਨਾਂ ਦਾ ਸੰਬੰਧ ਉਹ ਸੱਚਖੰਡ ਵਾਲਿਆਂ ਨਾਲ ਹੋ ਗਿਆ। ਇਹਨਾਂ ਦੀ ਇੱਕੋ ਹੀ ਗੱਲ ਸੀ। ਜੋ ਗੱਲ ਧਰੂੰ ਜੀ ਨੇ ਕੀਤੀ ਹੈ, ਉਹੀ ਗੱਲ 10ਵੇਂ ਪਾਤਸ਼ਾਹ ਵੀ ਕਹਿੰਦੇ। ਉਹਨਾਂ ਨੇ ਲਿਖਿਆ, ਰਾਮ ਜਪੋ ਜੀ ਐਸੇ ਐਸੇ। 10ਵੇਂ ਪਾਤਸ਼ਾਹ ਕਹਿੰਦੇ, ਰਾਮ ਕਥਾ ਜੁਗ ਜੁਗ ਹੀ ਅਟਲ। ਇੱਕ ਗੱਲ ਹੈ ਸਾਰਿਆਂ ਦੀ। ਪਰ ਜਿਹੜੇ ਅੱਜ ਸਾਡੇ ਧਰਮ ਦੇ ਆਗੂ ਨੇ, ਇਹਨਾਂ ਦੀ ਕੋਈ ਇੱਕ ਗੱਲ ਨਹੀਂ। ਜਿੰਨੇ ਵੀ ਰਹਿਤ ਵਾਲੇ ਹੋਣਗੇ, ਉਹਨਾਂ ਦੀ ਇੱਕ ਗੱਲ ਹੋਊਗੀ। ਜਿੰਨੇ ਮਰਜ਼ਾਦਾ ਵਾਲੇ ਹੋਣਗੇ, ਉਹਨਾਂ ਦੀ ਸਾਰਿਆਂ ਦੀ ਆਪੋ ਆਪਣੀ ਗੱਲ ਹੋਊਗੀ। ਇਹ ਮੇਰੇ ਮਨਾ, ਆਪਣੇ ਅੰਦਰ ਝਾਤੀ ਮਾਰ ਕੇ ਚੱਲੀ। ਤੂੰ ਇਸ ਭਵ ਸਾਗਰ ਚੋਂ ਨਿਕਲਣ ਬਾਰੇ ਕੁਝ ਸੋਚ।
ਇੱਥੇ ਬਾਰੇ ਨਾ ਸੋਚ ਵੀ ਤੂੰ ਇੱਥੇ ਹੀ ਬੈਠਾ ਰਹਿਣਾ ਹੈ। ਇੱਥੇ ਬੈਠਿਆ ਕੁਝ ਨਹੀਂ ਹੈ। ਸੋ ਫੇਰ ਕੇ ਅੱਗੇ ਰੱਖੀਏ, ਜਿਤ ਦਿਸੈ ਦਰਬਾਰ, ਹੈ ਮੇਰੇ ਮਨਾ ਤੂੰ ਘੁੰਮ ਆਪਣੇ ਮੂਲ ਵੱਲ ਨੂੰ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਮੋਹ ਕੇ ਬੋਲਣ ਬੋਲੀਏ। ਫਿਰ ਹੁਣ ਪਾਤਸ਼ਾਹ ਉਹਨਾਂ ਤੇ ਵੀ ਕਟਾਸ਼ ਕਰਦੇ ਆ ਵੀ ਜਿਹੜੇ ਕਹਿੰਦੇ ਆ ਵੀ ਮੂੰਹੋਂ ਬੋਲ ਕੇ ਹੀ ਸਾਰਾ ਕੁਝ ਬਣਦਾ ਹੈ। ਜਿਵੇਂ ਸਾਡੇ ਵੀ ਪਾਠ ਭਜਨ ਬਹੁਤ ਕਰਦੇ ਆ। ਕੋਈ ਕਹਿੰਦਾ ਉੱਚੀ ਉੱਚੀ ਬੋਲ ਕੇ ਕਰਨਾ ਚਾਹੀਦਾ, ਕੋਈ ਕਹਿੰਦਾ ਮੂੰਹ 'ਚ ਕਰਨਾ ਚਾਹੀਦਾ, ਕੋਈ ਕਹਿੰਦਾ ਅੰਦਰ ਕਰਨਾ ਚਾਹੀਦਾ, ਕੋਈ ਕਹਿੰਦੇ ਵਾਹ ਮੂੰਹ ਤੋਂ ਬਾਹਰ ਨੂੰ ਲਿਜਾਓ, ਹਏ ਨੂੰ ਹਿਰਦੇ 'ਚ ਲਿਜਾਓ। ਉਹ ਤਾਂ ਸਵਾਸ ਜਾਂਦਾ ਹੈ, ਸਵਾਸ ਨਾਲ ਅੱਖਰ ਬਾਹਰ ਜਾਂਦਾ, ਸਵਾਸ ਨਾਲ ਅੰਦਰ ਪੇਟ 'ਚ ਜਾਂਦਾ, ਹਿਰਦੇ 'ਤੇ ਜਾਂਦਾ ਨਹੀਂ ਹੈ। ਹਿਰਦਾ ਤਾਂ ਜਿਹੜਾ ਆਹ ਸਰੀਰ ਹੈ, ਇਹ ਤੋਂ ਇੱਕ ਵੱਖਰੀ ਚੀਜ਼ ਹੈ। ਉਹ ਪਰ ਹੈ ਇਹ ਸਰੀਰ ਦੇ ਅੰਦਰ ਹੀ, ਉਹੀ ਤਾਂ ਚੇਤਨ ਸ਼ਕਤੀ ਹੈ। ਉਹਨੂੰ ਤਾਂ ਸਮਝਣਾ ਅਸੀਂ। ਉੱਥੇ ਜਾ ਕੇ ਤਾਂ ਜਪ ਹੁੰਦਾ, ਜਪ ਹਰ ਹਿਰਦੇ ਮਾਏ, ਕਿਉਂਕਿ ਜਿਹੜਾ ਹਾਰਾ ਉਹ ਹਿਰਦੇ 'ਚ ਬੈਠਾ ਹੈ। ਜਿਹੜਾ ਜਿੱਥੋਂ ਸਾਡੇ ਫੁਰਨਾ ਉੱਠਦਾ ਉਹੀ ਤਾਂ ਸਾਡਾ ਹਰ ਹੈ। ਅਸੀਂ ਆਪਣੇ ਫੁਰਨੇ ਤੇ ਧਿਆਨ ਕਰਨਾ ਵੀ ਸਾਡਾ ਫੁਰਨਾ ਕੀ ਉੱਠਦਾ। ਜਿਹੜਾ ਫੁਰਨਾ ਉੱਠ ਕੱਢਦਾ ਉਹ ਮਨ ਬਣ ਜਾਂਦਾ। ਜਦੋਂ ਅਸੀਂ ਫੁਰਨਾ ਸ਼ੁੱਧ ਕਰਦੇ ਹਾਂ, ਇੱਥੋਂ ਨਿਕਲਣ ਬਾਰੇ ਕੋਈ ਸੋਚਦੇ ਹਾਂ, ਉਹ ਮਨ ਫਿਰ ਚਿੱਤ ਰਹਿੰਦਾ। ਜਦੋਂ ਅਸੀਂ ਉਹਦੇ ਤੇ ਪ੍ਰੈਕਟੀਕਲੀ ਅਪਣਾਉਣ ਲੱਗ ਜਾਂਦੇ ਹਾਂ, ਉਹੀ ਚਿੱਤ ਫਿਰ ਸ਼ਬਦ ਗੁਰੂ ਨਾਲ ਜੁੜ ਜਾਂਦਾ, ਫਿਰ ਉਹ ਭਾਣੇ 'ਚ ਆ ਜਾਂਦਾ। ਸੋ ਜੇ ਜੀਵ ਨਾਲ ਬੋਲਣ ਵਾਲੀ ਉਹ ਗੱਲ ਹੋਵੇ ਤਾਂ ਫਿਰ ਬਹੁਤ ਲੋਕ ਐਸੇ ਨੇ ਜਿਨ੍ਹਾਂ ਦੇ ਬੋਲਣ ਦੀ ਸਮਰੱਥਾ ਹੀ ਹੈ ਨਹੀਂ, ਜਿਨ੍ਹਾਂ ਨੂੰ ਸਾਡੇ ਪੰਜਾਬੀ 'ਚ ਗੂੰਗਾ ਕਹਿ ਦਿੰਦੇ। ਉਹ ਤਾਂ ਬੋਲ ਨਹੀਂ ਸਕਦਾ। ਫਿਰ ਤਾਂ ਉਹ ਰੱਬ ਨੂੰ ਵੀ ਜਾ ਕੇ ਕਹੋ ਵੀ ਮੇਰੇ ਤਾਂ ਬੋਲ ਹੀ ਨਹੀਂ ਹੋਇਆ, ਮੈਨੂੰ ਤਾਂ ਦਰਗਾਹ ਦੀ ਐਂਟਰੀ ਦਿਓ। ਪਰ ਇੱਥੇ ਕਿਸੇ ਗੱਲ ਤੇ ਪਾਤਸ਼ਾਹ ਨੇ ਤਰਕ ਕੀਤਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਵੀ ਮੂੰਹੋਂ ਬੋਲ ਬੋਲ ਕੇ ਵੀ ਤੁਸੀਂ ਸਾਰਿਆਂ ਨੂੰ ਆਪਣੇ ਨਾਲ ਕਹਿੰਦੇ ਹੋ ਵੀ ਇਕੱਠੇ ਹੋ ਜਾਓ ਵੀ ਫਲਾਨਾ ਬੰਦਾ ਤਾਂ ਬੜਾ ਮਿੱਠਾ ਬੋਲਦਾ ਜੀ, ਉਹ ਤਾਂ ਕਦੇ ਕੌੜਾ ਬੋਲਿਆ ਹੀ ਨਹੀਂ ਹੈਗਾ, ਉਹ ਤਾਂ ਕਿਸੇ ਨੂੰ ਮਾੜਾ ਹੀ ਨਹੀਂ ਕਹਿੰਦਾ। ਲੋਕ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਆ। ਧਾਰਮਿਕ ਆਗੂਆਂ ਤੋਂ ਮੈਂ ਆਪ ਵੇਖ ਕੇ ਪ੍ਰਭਾਵਿਤ ਹੁੰਦੇ, ਪਰ ਮੂੰਹੋਂ ਨਹੀਂ ਬੋਲਦੇ। ਪਰ ਜਦੋਂ ਉਹ ਅੰਦਰ ਜਾਂਦੇ ਆ, ਉਹਨਾਂ ਦਾ ਜਿਹੜਾ ਵਿਹਾਰ ਹੁੰਦਾ ਉਹ ਇੰਨਾ ਘਟੀਆ ਹੁੰਦਾ, ਉਹ ਆਮ ਇਨਸਾਨ ਦਾ ਵੀ ਨਹੀਂ ਹੁੰਦਾ ਹੈਗਾ। ਜਦ ਕਿ ਪਾਤਸ਼ਾਹ ਕਹਿੰਦੇ ਮੋਹ ਕੇ ਬੋਲਣ ਬੋਲੀਏ, ਕਹਿੰਦੇ ਕੀ ਬੋਲਣਾ, ਮੋਹ ਕੀ ਹੈ? ਸਾਡਾ ਜਿਹੜਾ ਮੂਲ ਹੈ, ਉਹਨੇ ਕੀ ਬੋਲੀ ਬੋਲਣੀ ਹੈ? ਜਿਤ ਸੁਣੇ, ਕਿ ਜਿਸ ਤਰੀਕੇ ਦੇ ਨਾਲ ਉਹਨੂੰ ਉਹ ਧੁਰ ਕੀ ਬਾਣੀ ਸੁਣ ਜਾਵੇ। ਧਰੇ, ਉਹਦੇ ਅੱਗੇ ਕੀ ਕਰੇ? ਧਰੇ ਕੀ? ਪਿਆਰ, ਆਪਣਾ ਆਪਾ ਭੇਟ ਕਰੇ। ਜਿੰਨਾ ਚਿਰ ਆਪਣਾ ਆਪਾ ਨਹੀਂ ਭੇਟ ਕਰਦਾ, ਉਨਾ ਚਿਰ ਨਹੀਂ ਕੁਛ ਵੀ ਲੱਭਣਾ ਹੈਗਾ ਉੱਥੋਂ। ਸੋ ਇਹਨੂੰ ਆਪਣਾ ਆਪਾ ਭੇਟ ਕਰਨਾ ਹੀ ਪਵੇਗਾ। ਆਪਣਾ ਆਪੇ ਭੇਟ ਕਰੇ ਤੋਂ ਬਿਨਾ ਹੈ ਮੇਰੇ ਮਨਾ ਸੋਝੀ ਨਹੀਂ ਆਵੇ।